प्रवासी टेलीविजन के सारे दर्शकों ਨੂੰ ਸੰਜੀਵ ਤਵਨ ਦਾ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਦੋਸਤੋ, ਪਿਛਲੇ ਕੁਝ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਕਿ ਅਸੀਂ ਬ੍ਰਿਟਿਸ਼ ਕੋਲੰਬੀਆ ਤੋਂ ਫੈਡਰਲ ਇਲੈਕਸ਼ਨ 2021 ਨੂੰ ਕਵਰ ਕੀਤਾ। ਉਸ ਵਿੱਚ ਬਹੁਤ ਸਾਰੇ ਕੈਂਡੀਡੇਟਸ ਅਲੱਗ-ਅਲੱਗ ਪਾਰਟੀਆਂ ਦੇ, ਉਹਨਾਂ ਨੂੰ ਅਸੀਂ ਇੰਟਰਵਿਊ ਕੀਤਾ। ਉਸ ਦੇ ਨਾਲ ਜਿਹੜੇ ਮੇਨ ਵੱਡੇ ਲੀਡਰ ਨੇ ਪਾਰਟੀਆਂ ਦੇ, ਜਿਹੜੇ ਐਕਚੁਅਲ ਲੀਡਰਸ ਨੇ, ਉਹਨਾਂ ਨੂੰ ਅਸੀਂ ਸਿੱਧੇ ਕੁਐਸਚਨ ਪੁੱਛੇ। ਇਹਨਾਂ ਸਾਰਿਆਂ ਤੋਂ ਬਾਅਦ ਇੱਕ ਸਮਾਂ ਜਦੋਂ ਇਸ ਨੂੰ ਆਪਾਂ ਵਿਸ਼ਲੇਸ਼ਣ ਕਰੀਏ ਕਿ ਇੱਥੇ ਜੋ ਚੱਲ ਰਿਹਾ ਹੈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਸ ਫੈਡਰਲ ਇਲੈਕਸ਼ਨ ਦੇ ਵਿੱਚ, ਤਾਂ ਜਦੋਂ ਮੇਰੇ ਦਿਮਾਗ ਵਿੱਚ ਇਹ ਸਵਾਲ ਆਇਆ ਵੀ ਆਪਾਂ ਇਹ ਕਰਨਾ ਹੈ, ਤਾਂ ਸਭ ਤੋਂ ਇੰਪੋਰਟੈਂਟ ਪ੍ਰਸ਼ਨ ਸੀ ਕਿ ਮੈਂ ਕਿਹਦੇ ਨਾਲ ਗੱਲ ਕਰਾਂ ਜਿਹਨੂੰ ਬ੍ਰਿਟਿਸ਼ ਕੋਲੰਬੀਆ ਦੀ ਇਸ ਫੈਡਰਲ ਇਲੈਕਸ਼ਨ ਦੀ ਪਲਸ ਜਿਹੜੀ ਹੈ ਉਹਦੇ ਦਾ ਨਬਜ਼ ਉਹਨੂੰ ਸਮਝ ਹੋਵੇ। ਤੇ ਸਭ ਤੋਂ ਵੱਡਾ ਆਈਕੋਨਿਕ ਨੇਮ ਜਿਹੜਾ ਹੈਗਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਾਊਥ ਏਸ਼ੀਅਨ ਕਮਿਊਨਿਟੀ ਦੇ ਰੇਡੀਓ ਹੋਸਟ, ਮੈਂ ਸਮਝਦਾ ਕਿ ਤੁਹਾਨੂੰ ਸਮਝ ਆ ਗਿਆ ਹੋਏਗਾ ਮੈਂ ਕਿਹਨਾਂ ਦੀ ਗੱਲ ਕਰ ਰਿਹਾ, ਪਰ ਮੈਂ ਫਿਰ ਵੀ ਨਾਮ ਇੱਕ ਵਾਰ ਲੈ ਦਿੰਦਾ। ਥਿੰਦ ਸਾਹਿਬ, ਹਰਜਿੰਦਰ ਥਿੰਦ ਇੱਕ ਐਸੇ ਰੇਡੀਓ ਹੋਸਟ ਨੇ, ਐਸੀ ਪਰਸਨੈਲਿਟੀ ਨੇ, ਨਾ ਤਾਂ ਉਹਨਾਂ ਨੂੰ ਕੋਈ ਇੰਟਰੋਡਕਸ਼ਨ ਦੀ ਉਹ ਮੁਹਤਾਜ ਨੇ, ਪਰ ਜਿਸ ਕਿਸਮ ਦੇ ਉਹ ਸਵਾਲ ਕਰਦੇ ਨੇ, ਔਰ ਮੈਂ ਇਹਨਾਂ ਦੀਆਂ ਪਿਛਲੇ 5-6 ਦਿਨ ਜਾਂ ਹਫ਼ਤੇ ਦੀਆਂ ਕਹੋ ਇੰਟਰਵਿਊਜ਼ ਵੇਖੀਆਂ ਕਿ ਇਹਨਾਂ ਨੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੂੰ ਇੰਟਰਵਿਊ ਕੀਤਾ, ਇਹਨਾਂ ਨੇ ਕੰਜ਼ਰਵੇਟਿਵ ਪਾਰਟੀ ਦੇ ਜੋ ਲੀਡਰ ਨੇ ਐਰਨ ਓਟੂਲ ਨੇ ਉਹਨਾਂ ਨੂੰ ਇੰਟਰਵਿਊ ਕੀਤਾ, ਜਗਮੀਤ ਸਿੰਘ ਨੂੰ ਇੰਟਰਵਿਊ ਕੀਤਾ। ਸਵਾਲ ਸਿੱਧੇ ਪੁੱਛਦੇ ਆ ਅਤੇ ਨਾਲ ਕਹਿੰਦੇ ਆ ਕਿ ਪ੍ਰੋਮਿਸ ਕਰਕੇ ਜਾਓ। ਸੋ ਇਸ ਕਰਕੇ ਆਈ ਥਿੰਕ ਸਭ ਤੋਂ ਵੱਡੀ ਪਰਸਨੈਲਿਟੀ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚ ਜੇ ਮੈਂ ਸਮਝਦਾ ਮੀਡੀਆ ਦੇ ਵਿੱਚ ਨੇ, ਅਤੇ ਉਹ ਹਰਜਿੰਦਰ ਜੀ ਨੇ। ਉਹਨਾਂ ਨੂੰ ਸਮਝ ਹੈ ਸਾਰੀ ਚੀਜ਼ ਦੀ। ਅਤੇ ਮੈਂ ਹੁਣ ਜ਼ਿਆਦਾ ਗੱਲ ਇਹ ਨਾ ਕਰਦਿਆਂ ਸਿੱਧਾ ਸਵਾਲਾਂ ਦੇ ਉੱਤੇ ਆਵਾਂਗਾ। ਹਰਜਿੰਦਰ ਜੀ, ਆਪ ਜੀ ਦਾ ਨਿੱਘਾ ਸਵਾਗਤ ਪ੍ਰਵਾਸੀ ਟੈਲੀਵਿਜ਼ਨ ਵੱਲੋਂ ਜੋ ਵਿਸ਼ੇਸ਼ ਇਲੈਕਸ਼ਨ ਕਵਰੇਜ ਕੀਤੀ ਜਾ ਰਹੀ ਹੈ। ਸਵਾਗਤ। ਥੈਂਕ ਯੂ। ਤੁਸੀਂ ਸਿੱਧੇ ਸਵਾਲ ਕਰਦੇ ਹੋ, ਇਸ ਕਰਕੇ ਮੈਂ ਤੁਹਾਡੇ ਨਾਲ ਸਿੱਧੇ ਸਵਾਲ ਕਰ ਰਹੀ। ਠੀਕ ਹੈ, ਤੁਸੀਂ ਇਹ ਦੱਸੋ ਕਿ ਇਸ ਵੇਲੇ ਬ੍ਰਿਟਿਸ਼ ਕੋਲੰਬੀਆ ਵਿੱਚ ਤੁਹਾਡੇ ਮੁਤਾਬਕ ਲੋਕਾਂ ਦੇ ਕਿਹੜੇ ਇੰਪੋਰਟੈਂਟ ਮੁੱਦੇ ਨੇ ਜਿਹੜੇ ਇਸ ਇਲੈਕਸ਼ਨ ਨੂੰ ਇਫੈਕਟ ਕਰਨਗੇ, ਜਿਹੜੇ ਲੋਕਾਂ ਨੂੰ ਇਹ ਫੈਸਲਾ ਕਰਨ ਦੇ ਵਿੱਚ ਰੋਲ ਪਲੇ ਕਰਨਗੇ ਕਿ ਉਹ ਕੰਜ਼ਰਵੇਟਿਵ ਐਰਨ ਓਟੂਲ ਨੂੰ ਚੁਣਨ ਜਾਂ ਫਿਰ ਜਸਟਿਨ ਟਰੂਡੋ ਨੂੰ ਜਾਂ ਫਿਰ ਸਾਡੇ ਸਰਦਾਰ ਸਾਹਿਬ ਜਗਮੀਤ ਸਿੰਘ NDP। ਇਹਦੇ 'ਚ ਤਾਂ ਸਾਹਿਬ ਗੱਲ ਇਹ ਹੈ ਵੀ ਪਹਿਲਾਂ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਇਹਨਾਂ 36 ਦਿਨਾਂ ਦੀ ਕੈਂਪੇਨ 'ਚ ਪਹਿਲੇ 8-10 ਦਿਨ ਤਾਂ ਬਹੁਤ ਗੁੱਸਾ ਰਿਹਾ ਕਿ ਬਹੁਤ ਅਨਟਾਈਮਲੀ ਚੋਣ ਕਰਾਈ ਜਾ ਰਹੀ ਹੈ ਜੀ। ਫਿਰ ਹੌਲੀ ਗੁੱਸਾ ਜਦੋਂ ਢਲਣ ਲੱਗਾ ਤਾਂ ਉਸ ਤੋਂ ਬਾਅਦ ਇਸ਼ੂਜ਼ ਨਿੱਤਰਨੇ ਸ਼ੁਰੂ ਹੋਏ। ਇੱਥੇ ਜਿਹੜਾ ਵੱਡਾ ਇਸ਼ੂ ਇਹ ਚੱਲ ਰਿਹਾ ਕਿ ਵੈਂਕੂਵਰ ਦੇ ਵਿੱਚ ਘਰ ਬਹੁਤ ਮਹਿੰਗੇ ਆ, ਅਫੋਰਡੇਬਿਲਿਟੀ ਦਾ ਮੁੱਦਾ, ਤੇ ਇੱਥੇ ਗੈਂਗ ਵਾਰਸ ਜਿਹੜੀਆਂ ਜਿਵੇਂ ਉਹ ਚੱਲ ਰਹੀਆਂ ਨੇ ਜੀ, ਕਤਲੋ ਗਾਰਤ ਦੇ ਇਸ ਮਾਹੌਲ ਦੇ ਵਿੱਚ ਲੋਕ ਚਾਹੁੰਦੇ ਆ ਕਿ ਕੋਈ ਪੁਖਤਾ ਪ੍ਰਬੰਧ ਕੀਤੇ ਜਾਣ, ਫੈਡਰਲ ਸਰਕਾਰ ਇਸ ਦੇ ਵਿੱਚ ਦਖਲ ਦੇਵੇ ਤਾਂ ਕਿ ਇੱਥੋਂ ਦੀ ਜਿਹੜੀ ਮਾਹੌਲ ਹੈ ਉਹ 'ਚ ਸ਼ਾਂਤੀ ਲਿਆਂਦੀ ਜਾ ਸਕੇ। ਸੋ ਸਾਡੇ ਡਿਫਰੈਂਟ ਪਾਰਟਸ ਆਫ ਕੈਨੇਡਾ ਦੇ ਜਿਹੜੇ ਦਰਸ਼ਕ ਨੇ, ਉਹਨਾਂ ਦੇ ਲਈ ਇਹ ਦੋ ਮੁੱਦਿਆਂ ਦੀ ਮੈਂ ਪਹਿਲਾਂ ਤੁਹਾਡੇ ਨਾਲ ਥੋੜ੍ਹਾ ਜਿਹਾ ਡੀਪਲੀ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰਾਂਗਾ। ਤੁਸੀਂ ਗੱਲ ਅਫੋਰਡੇਬਿਲਿਟੀ ਦੀ ਕੀਤੀ, ਔਰ ਆਪਾਂ ਜੇ ਦੇਖੀਏ ਤਾਂ ਤਿੰਨਾਂ ਪੋਲੀਟੀਕਲ ਪਾਰਟੀਆਂ ਨੇ ਹਾਊਸਿੰਗ ਅਫੋਰਡੇਬਿਲਿਟੀ ਖਾਸ ਕਰਕੇ ਮੇਨ ਮੁੱਦਾ ਬਣਾਇਆ। ਜਗਮੀਤ ਸਿੰਘ ਨੇ ਸਭ ਤੋਂ ਪਹਿਲਾਂ ਅਨਾਊਂਸ ਕੀਤਾ ਕਿ ਉਹ ਟੈਕਸ ਲਾਉਣਗੇ, 25% ਟੈਕਸ ਲਾਉਣਗੇ, 20% ਟੈਕਸ ਲਾਉਣਗੇ। ਉਸ ਤੋਂ ਬਾਅਦ ਉਹਨਾਂ ਨੇ ਜੋ ਜਸਟਿਨ ਟਰੂਡੋ ਨੇ, ਉਹਨਾਂ ਨੇ ਕਿਹਾ ਕਿ ਮੈਂ 2 ਸਾਲ ਦਾ ਫੋਰਨ ਬਾਇਰਸ ਦੇ ਉੱਤੇ ਬੈਨ ਕਰ ਦਾਂਗੇ। ਸੇਮ ਗੱਲ ਜਿਹੜੀ ਹੈਗੀ ਹੈ ਕੰਜ਼ਰਵੇਟਿਵ ਪਾਰਟੀ ਦੇ ਐਰਨ ਓਟੂਲ ਨੇ ਵੀ ਕਹੀ ਹੈ। ਮੈਂ ਇਕਨੋਮਿਕਸ ਦਾ ਵਿਦਿਆਰਥੀ ਹਾਂ, ਜਾਂ ਮੈਂ ਇਸ ਕਿਉਂਕਿ ਮੇਰਾ ਪ੍ਰੋਫੈਸ਼ਨਲ ਡਿਗਰੀਜ਼ ਜਿਹੜੀਆਂ ਉਹ ਇਕਨੋਮਿਕਸ ਹੈ। ਕੀ ਤੁਸੀਂ ਸਮਝਦੇ ਹੋ ਕਿ ਇਹ ਪੋਸੀਬਲੀ ਇਹਦੇ ਨਾਲ ਸਮੱਸਿਆ ਹੱਲ ਹੋ ਸਕਦੀ ਹੈ ਕਿ ਜਾਂ ਕੋਈ ਹੋਰ ਸਟਰਕਚਰਲ ਰੀਜ਼ਨਸ ਨੇ? ਕਿਉਂਕਿ ਪਿੱਛੇ ਵੀ ਜਿਹੜੀ BC ਦੀ ਸਰਕਾਰ ਨੇ ਕੁਛ ਟੈਕਸਿਸ ਲਾਏ ਜਿਹੜੇ ਫੋਰਨ ਬਾਇਰਸ ਦੇ, ਕਿ ਉਹਦੇ ਨਾਲ ਪ੍ਰਾਈਸਿਸ ਜਿਹੜੇ ਹੈਗੇ ਉਹ ਡਾਊਨ ਹੋਏ। ਤੁਸੀਂ ਕਿਵੇਂ ਵੇਖਦੇ ਹੋ? ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਸੀ ਕਿ ਪਹਿਲਾਂ ਇਹ ਤਜਰਬਾ ਸਾਡੀ ਇੱਥੇ BC ਲਿਬਰਲ ਦੀ ਇੱਕ ਗਵਰਨਮੈਂਟ ਨੇ ਕੀਤਾ ਸੀ ਜੀ। ਉਹਦੇ ਨਟਸ ਐਂਡ ਬੋਲਟਸ ਇਹ ਆ ਕਿ ਉਹਨਾਂ ਨੇ ਸਮਝਿਆ ਕਿ ਪਹਿਲਾਂ ਤਾਂ ਉਹੀ ਸਰਕਾਰ ਚੀਨ 'ਚ ਜਾ ਕੇ, ਦੂਜੇ ਮੁਲਕਾਂ ਜਾ ਕੇ ਇਹ ਡੁਗਡੁਗੀ ਵਜਾਉਂਦੇ ਰਹੇ ਕਿ ਆਓ ਤੁਸੀਂ BC 'ਚ ਇਨਵੈਸਟ ਕਰੋ ਜੀ। ਜਦੋਂ ਉਹਨਾਂ ਨੇ ਆ ਕੇ ਇਨਵੈਸਟ ਕਰ ਦਿੱਤਾ ਔਰ ਪ੍ਰੋਪਰਟੀ 'ਚ ਇਨਵੈਸਟ ਕਰਨ ਲੱਗੇ ਤਾਂ ਉਸ ਤੋਂ ਬਾਅਦ ਉਹ ਕਹਿੰਦੇ ਵੀ ਇੱਥੇ ਘਰ ਬਹੁਤ ਮਹਿੰਗੇ ਹੋ ਗਿਆ,
ਉਹਨਾਂ ਤੇ 20% ਉਹਨਾਂ ਨੇ ਟੈਕਸ ਲਾ ਦਿੱਤਾ, ਫੋਰਨ ਬਾਇਰਸ ਟੈਕਸ। ਜੀ ਪਰ ਉਹਦੇ ਨਾਲ ਠੱਲ ਨਹੀਂ ਪਈ ਤਵਨ ਸਾਹਿਬ, ਜੀ ਉਹਦੇ ਨਾਲ ਪ੍ਰੋਪਰਟੀ ਵੈਲਿਊਜ਼ ਕੰਟਰੋਲ 'ਚ ਨਹੀਂ ਹੋਈਆਂ, ਕਿਉਂਕਿ ਹੋਰ ਬਹੁਤ ਲੋਕ ਇੱਥੇ ਆ ਰਹੇ ਆ। ਹਾਂਜੀ ਈਵਨ ਆਪਾਂ ਭਾਰਤੀ ਹਾਂ, ਹਾਂਜੀ। ਭਾਰਤ ਦੀ ਗੱਲ ਕਰੀਏ, ਭਾਰਤ ਤੋਂ ਬਹੁਤ ਲੋਕ ਇੱਥੇ ਆ ਰਹੇ ਆ, ਪੰਜਾਬ ਤੋਂ ਲੋਕ ਇੱਥੇ ਬਹੁਤ ਪੈਸੇ ਲੈ ਕੇ ਆ ਰਹੇ ਆ ਇਸ ਵੇਲੇ। ਹਾਂਜੀ ਆਪਣੇ ਬੰਬੇ ਤੋਂ ਬਹੁਤ ਸਾਰੇ ਲੋਕ ਆ ਰਹੇ ਆ ਜੀ। ਸੋ ਹੋਰ ਮੁਲਕਾਂ ਦੇ ਵਿੱਚੋਂ ਵੀ ਲੋਕਾਂ ਦਾ ਟੀਚਾ ਇੱਥੇ ਦਾ ਵਾਤਾਵਰਣ ਖੂਬਸੂਰਤ ਹੋਣ ਕਰਕੇ ਲੋਕ ਇੱਥੇ ਘਰ ਲੈਣਾ ਚਾਹੁੰਦੇ ਆ। ਜੀ ਸੋ ਇਸ ਕਰਕੇ ਉਹ ਕਾਬੂ ਨਾ ਆ ਸਕਿਆ। ਹੁਣ ਕਈ ਸਕੀਮਾਂ ਹੋਰ ਲਾ ਰਹੇ ਨੇ, Right. ਫਲਿੱਪਿੰਗ ਬੰਦ ਕੀਤੀ ਜਾਏ, ਆਹ ਕੀਤਾ ਜਾਏ, ਉਹ ਕੀਤਾ ਜਾਏ। ਟਰੂਡੋ ਸਾਹਿਬ ਵੀ 6-7 ਸਾਲ ਰਾਜ ਕਰ ਚੁੱਕੇ ਆ, ਪਰ ਕੋਈ ਪੁਖਤਾ ਪ੍ਰਬੰਧ ਇਹਨਾਂ ਤੋਂ ਹੋਇਆ ਨਹੀਂ। ਰਾਈਟ ਹੁਣ ਹੀ ਗੰਭੀਰਤਾ ਨਾਲ ਲੈਣ ਲੱਗਿਆ ਕਿ ਕੋਈ ਜਦ ਵੀ ਇਹ ਲੋਕਾਂ 'ਚ ਜਾ ਕੇ ਵਿਚਰਦੇ ਆ ਤਾਂ ਉੱਥੇ ਅਫੋਰਡੇਬਿਲਟੀ ਦਾ, ਘਰਾਂ ਦੀਆਂ ਮਹਿੰਗੀਆਂ ਕੀਮਤਾਂ ਦਾ ਰੌਲਾ ਪੈਂਦਾ। ਪਰ ਇਹ ਇੱਥੇ ਜਿਹੜੀ ਹਾਊਸਿੰਗ ਇਨਵੈਂਟਰੀ ਹੈ ਉਹਨੂੰ ਕਿਉਂ ਨਹੀਂ ਵਧਾ ਸਕਦੇ? ਵੱਧ ਹੋਰ ਮੇਨ ਤਾਂ ਸਪਲਾਈ ਦੀ ਗੱਲ ਹੈ ਇੱਥੇ। ਜੇ ਨਵੇਂ ਘਰ ਬਣਾਉਣਗੇ ਤੇ ਇਹ ਸਮੱਸਿਆ ਕੁਝ ਹੱਦ ਤੱਕ ਕੰਟਰੋਲ ਹੋ ਸਕੇਗੀ ਨਹੀਂ? ਤਾਂ ਉਹਨਾਂ ਅਸੀਂ ਲੈਂਡ ਲੌਕਡ ਭੂਗੋਲਿਕ ਤੌਰ ਦੇ ਉੱਤੇ ਇੱਕ ਪਾਸੇ ਸਾਡੇ ਸਮੁੰਦਰ ਆ ਜੀ। ਦੂਜੇ ਪਾਸੇ ਸਾਡੇ ਪਹਾੜ ਨੇ। ਜੀ ALR ਦਾ ਬੋਲਬਾਲਾ ਐਗਰੀਕਲਚਰਲ ਲੈਂਡ ਕਮਿਸ਼ਨ ਨੇ ਜਿਹੜੀ ਖੇਤੀਬਾੜੀ ਲਈ ਜ਼ਮੀਨ ਆ ਉਹ ਰਿਜ਼ਰਵ ਕਰ ਰੱਖੀ ਹੈ। ਜੀ ਸੋ ਇੰਨਾ ਐਕਸਪੈਂਡ ਕਰਨ ਲਈ ਥਾਂ ਨਹੀਂ। ਜੀ ਇੱਕ ਤਾਂ ਸਾਡੀ ਇਹ ਭੂਗੋਲਿਕ ਮਜਬੂਰੀ ਤਾਂ ਇਹ ਆ। ਰਾਈਟ ਦੂਜੀ ਗੱਲ ਇਹ ਆ ਕਿ ਲੋਕ ਬਹੁਤ ਆ ਗਏ ਕੰਪੈਰੀਟਿਵਲੀ। ਜੇ ਅਸੀਂ ਦੇਖਦੇ ਹਾਂ ਹੁਣ ਲੈਂਡ ਤਾਂ ਸਟ੍ਰੈਚ ਕੀਤੀ ਨਹੀਂ ਜਾ ਸਕਦੀ। ਹਾਂਜੀ ਸੋ ਇੰਨੇ ਕੁ ਥਾਂ ਦੇ ਵਿੱਚ ਰਹਿਣ ਲਈ ਦੁਨੀਆ ਭਰ ਦੇ ਲੋਕਾਂ ਦੀ ਅੱਖ ਹੈ, ਸਮੁੰਦਰ ਹੈ, ਪਹਾੜ ਨੇ, ਗ੍ਰੀਨਰੀ ਆ, ਖੂਬਸੂਰਤੀ ਆ। ਸੋ ਇਸ ਕਰਕੇ ਇੱਥੇ ਚਾਂਸਸ ਜਿਹੜੇ ਐਕਸਪੈਂਡ ਕਰਨ ਦੇ ਉਹ ਘੱਟ ਹੋਣ ਕਰਕੇ, ਡਿਮਾਂਡ ਜ਼ਿਆਦਾ ਹੋਣ ਕਰਕੇ ਘਰਾਂ ਦੀ ਕੀਮਤਾਂ ਅਸਮਾਨੀ ਚੜ੍ਹ ਗਈਆਂ। ਮੈਂ ਆਪ ਇੱਥੇ ਪਿਛਲੇ ਕੁਝ ਸਮੇਂ ਤੋਂ ਆਇਆ ਹਾਂ ਤੇ ਮੈਂ ਡਿਸੀਜਨ ਕਰ ਰਿਹਾ ਸਾਂ ਵੀ ਅਸੀਂ ਕਿੱਥੇ ਰਹੀਏ ਤੇ ਜਗ੍ਹਾ ਲੱਭਣ ਦੇ ਸਾਂ। ਮੇਰੀ ਵਾਈਫ ਨੂੰ ਜਦੋਂ ਮੈਂ ਗੱਲ ਕੀਤੀ ਵੀ ਆਪਾਂ ਸਰੀ 'ਚ ਰਹਿੰਦੇ ਹਾਂ, ਉੱਥੇ ਰਹੀਏ, ਤੇ ਮੇਰੀ ਵਾਈਫ ਨੇ ਮੈਨੂੰ ਕਿਹਾ ਵੀ ਨਹੀਂ, ਸਰੀ ਦੀ ਰੈਪੂਟੇਸ਼ਨ ਜਿਹੜੀ ਹੈਗੀ ਆ ਉਹ ਠੀਕ ਨਹੀਂ ਆ, ਆਪਾਂ ਜਾਂ ਵੈਨਕੂਵਰ ਰਹੀਏ ਜਾਂ ਫਿਰ ਆਪਾਂ ਵਾਈਟ ਰੌਕ ਚਲੇ ਜਾਈਏ, ਭਾਵੇਂ ਸਰੀ ਦੇ ਲਾਗੇ ਹੈ। ਇਹ ਤੁਸੀਂ ਉਹ ਗੱਲ ਕੀਤੀ ਸੀ ਕਿ ਜਿਹੜਾ ਮੁੱਦਾ ਸੈਕਿੰਡ ਹੈਗਾ ਉਹ ਆ ਆਪਣਾ ਗੈਂਗਸ ਦਾ। ਤੇ ਆਪਾਂ ਪਿਛਲੇ ਦਹਾਕਿਆਂ ਤੋਂ ਇਹ ਸੁਣਦੇ ਹਾਂ ਕਿ ਇੱਥੇ ਗੈਂਗ ਵਾਇਲੈਂਸ ਚੱਲਣ ਦੀ ਹੈ। ਈਵਨ ਆਪਾਂ ਵੇਖੀਏ ਲਾਸਟ ਵੀਕ ਹੁਣ ਤਾਂ RCMP ਵਾਲਿਆਂ ਨੂੰ ਉਹ ਸ਼ੂਟ ਕਰ ਰਹੇ ਹੈਗੇ ਆ। ਰਾਈਟ ਇਹ ਮੁੱਦਾ ਸਾਰੀਆਂ ਪਾਰਟੀਆਂ ਗੱਲ ਕਰਦੀਆਂ। NDP ਦੀ ਹੁਣ ਇੱਥੇ ਸਰਕਾਰ ਹੈ, ਠੀਕ ਹੈ। ਇਹ ਕਿਉਂ ਨਹੀਂ ਇਹ ਹੱਲ ਹੋ ਰਿਹਾ? ਰੀਜ਼ਨ ਕੀ ਹੈ ਇਹਦੇ? ਐਕਚੁਅਲ ਇੰਟਰਨਲ ਰੀਜ਼ਨ ਜਾਂ ਫੰਡਾਮੈਂਟਲ ਰੀਜ਼ਨਸ ਜਾਂ ਬੈਕਗ੍ਰਾਉਂਡ ਰੀਜ਼ਨਸ ਕੀ ਹੈ? ਕਿਉਂ ਨਹੀਂ ਏਡੀ ਵੱਡੀ ਕੈਨੇਡਾ ਦੀ ਸਰਕਾਰ ਹੈ, ਪ੍ਰੋਵਿੰਸ਼ੀਅਲ ਸਰਕਾਰ ਹੈ, ਸਿਟੀ ਸਰਕਾਰ ਹੈ, ਇਹ ਮਸਲਾ ਇਹ ਹੱਲ ਕਿਉਂ ਨਹੀਂ ਕਰ ਸਕਦੇ? ਦੇਖੋ, ਜੇ ਪੋਲੀਟੀਕਲ ਵਿਲ ਹੋਵੇ ਨਾ ਤਾਂ ਮਸਲੇ ਬਹੁਤ ਛੇਤੀ ਹੱਲ ਹੋ ਸਕਦੇ ਆ। ਇਹਦੇ ਵਿੱਚ ਮਿਊਨਿਸਪਲ ਸਰਕਾਰ ਇਨਵੋਲਵ ਹੈ, ਇਹਦੇ ਵਿੱਚ ਸੂਬੇ ਦੀ ਸਰਕਾਰ ਇਨਵੋਲਵ ਹੈ ਤੇ ਇਹ 'ਚ ਫੈਡਰਲ ਸਰਕਾਰ ਇਨਵੋਲਵ ਹੈ। ਜੀ। ਸੋ ਇਹਨਾਂ ਤਿੰਨਾਂ ਨੂੰ ਇਕੱਠਿਆਂ ਨੂੰ ਕੋਆਰਡੀਨੇਟ ਕਰਕੇ ਕੰਮ ਕਰਨਾ ਪੈਣਾ। ਹੁਣ ਸਾਡੇ ਇੱਥੇ ਸਰੀ ਦੀ ਤੁਸੀਂ ਗੱਲ ਕਰਦੇ ਹੋ ਜੀ। ਸਰੀ ਦਾ ਨਾਂ ਇਸ ਕਰਕੇ ਬਹੁਤ ਬਦਨਾਮ ਹੋ ਗਿਆ, ਜਿਸ ਤਰ੍ਹਾਂ ਆਪ ਜੀ ਗੱਲ ਕਰ ਰਹੇ ਹੋ। ਜੀ ਇੱਥੇ ਸਾਡੇ RCMP ਰਹੀ, ਰਾਈਟ, ਔਰ ਲੋਕਾਂ ਦੇ ਮਨਾਂ ਦੇ ਵਿੱਚ ਇਹ ਸੀ ਕਿ RCMP ਇੱਕ ਫੈਡਰਲ ਫੋਰਸ ਹੈ, ਜਿਹੜੇ ਡਿਸੀਜਨ ਕੁਇਕਲੀ ਹੋਣੇ ਚਾਹੀਦੇ ਆ ਜੀ, ਉਹ ਇੱਥੇ ਲੋਕਲ ਹੋਣੇ ਚਾਹੀਦੇ ਆ। ਉਹ ਹੋ ਨਹੀਂ ਰਹੇ, ਡਿਸੀਜਨ ਆਟਵਾਚ ਹੋ ਰਹੇ ਨੇ। ਇਸ ਕਰਕੇ ਮਿਊਨਿਸਪਲ ਫੋਰਸ ਚਾਹੀਦੀ ਹੈ। ਓਕੇ। ਉਹਦੇ 'ਚ ਸਾਡੀ ਨਵੀਂ ਮਿਊਨਿਸਪੈਲਿਟੀ ਆਈ, ਉਹਨਾਂ ਨੇ ਪਹਿਲਾ ਕੰਮ ਇਹੀ ਕੀਤਾ, RCMP ਦੀ ਥਾਂ ਤੇ ਮਿਊਨਿਸਪਲ ਫੋਰਸ ਭਰਤੀ ਕਰ ਲਈ ਹੈ ਤੇ ਉਹ ਟ੍ਰਾਂਜੀਸ਼ਨ ਚੱਲ ਰਹੀ ਹੈ। ਓਕੇ। ਦੂਜੀ ਗੱਲ ਜਿਹੜੀ ਰਿਸੋਰਸਿਸ ਦੀ ਘਾਟ ਸੀ ਉਹ ਬਹੁਤ ਮਹੱਤਵਪੂਰਨ ਸੀ। ਉਹਦੇ ਵਿੱਚ ਸੂਬਾ ਸਰਕਾਰ ਤੇ ਫੈਡਰਲ ਸਰਕਾਰ ਨੇ ਖਾਸ ਤੌਰ ਤੇ ਦਿਲਚਸਪੀ ਤਾਂ ਲਈ। ਆਪਣੇ ਸਾਡੇ ਕੈਨੇਡਾ ਦੇ ਸੇਫਟੀ ਮਿਨਿਸਟਰ ਕਈ ਵਾਰੀ ਇੱਥੇ ਆ ਕੇ ਵਾਅਦੇ ਵੀ ਕਰ ਗਏ। ਜਦੋਂ ਵੀ ਕਤਲ ਹੁੰਦੇ ਆ, 2-4 ਕਤਲ ਹੋਏ, ਇੱਥੇ ਬਹੁਤ ਸਾਰੀ ਗੱਲਬਾਤ ਤੇਜ਼ੀ ਨਾਲ ਚੱਲੀ। ਲੋਕ MPs ਨੂੰ ਕਹਿਣ ਲੱਗੇ, ਉਹ ਇੱਥੇ ਆਏ, ਆ ਕੇ ਉਹਨਾਂ ਨੇ ਕਾਮ ਡਾਊਨ ਕੀਤਾ, ਦੱਸਿਆ ਕਿ ਅਸੀਂ ਆਹ ਕਰਾਂਗੇ, ਪ੍ਰੋਗਰਾਮ ਬਣਾਏ, ਪਰ ਕੋਈ ਕੰਕਰੀਟ ਸਟੈਪ ਨਹੀਂ ਲਏ ਜਾ ਸਕੇ। ਰਾਈਟ। ਸੋ ਇਸ ਕਰਕੇ ਜਿਹੜੀ ਡਰੱਗ ਦੀ ਵਿਕਰੀ ਲਈ ਗੈਂਗਵਾਰ ਚੱਲੀ ਹੋਈ ਆ, ਉਹ ਕੰਟੀਨਿਊਸਲੀ ਚੱਲੀ ਜਾ ਰਹੀ ਹੈ। ਹਰਜਿੰਦਰ ਜੀ, ਮੈਂ ਪਿਛਲੇ ਦਿਨਾਂ 'ਚ ਜਦੋਂ ਇੱਥੇ ਇਲੈਕਸ਼ਨ ਕਵਰੇਜ ਲਈ ਘੁੰਮ ਫਿਰ ਰਿਹਾ ਸੀ, ਮੈਂ ਕਈਆਂ ਥਾਵਾਂ ਦੇ ਉੱਤੇ ਉਹ ਸਾਈਨਸ ਵੇਖਿਆ ਜਿੱਥੇ ਲਿਖਿਆ ਕਿ RCMP ਇਨ ਸਰੀ। ਇਹ ਕੀ ਮੂਵਮੈਂਟ ਹੈ? ਇਹ ਹੁਣ ਕੀ ਹੋਇਆ, ਜਦੋਂ ਸਾਡੇ ਨਵੀਂ ਮਿਊਨਿਸਪੈਲਿਟੀ ਦੇ ਮੇਅਰ ਡਗ ਮੁਕੱਲਮ ਇਹਨਾਂ ਨੇ ਆਪਣਾ ਪਲੇਟਫਾਰਮ ਦਿੱਤਾ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ RCMP ਨੂੰ ਹਟਾ ਕੇ
ਮਿਊਨਿਸਪਲ ਫੋਰਸ ਲਿਆਵਾਂਗੇ ਜੇ ਤੁਸੀਂ ਮੈਨੂੰ ਵੋਟਾਂ ਪਾਈਆਂ। ਠੀਕ ਹੈ। ਲੋਕਾਂ ਨੇ ਉਹਨਾਂ ਨੂੰ ਓਵਰਵੈਲਮਲੀ ਵੋਟਾਂ ਪਾ ਕੇ ਜਿਤਾ ਦਿੱਤਾ। RCMP ਨੂੰ ਹੁਣ ਜਦੋਂ ਇਹ ਨੋਟਿਸ ਦੇ ਦਿੱਤਾ ਗਿਆ ਕਿ ਉਹਨਾਂ ਦੀ ਥਾਂ ਤੇ ਇਹ ਰਿਪਲੇਸਮੈਂਟ ਹੋ ਜਾਣੀ ਹੈ, ਟ੍ਰਾਂਜੀਸ਼ਨ ਹੁਣ ਚੱਲ ਰਹੀ ਹੈ, ਨਵੇਂ ਭਰਤੀ ਕਰ ਲਏ ਗਏ ਨੇ ਜੀ। ਤਾਂ ਕੁਝ ਕੁ ਗਰੁੱਪਸ ਜਿਹੜੇ ਨੇ, ਇੱਕ ਗਰੁੱਪ ਹੈ ਜਿਹਦੇ ਕੁਝ ਲੋਕ ਨੇ ਜਿਹੜੇ ਉਹਨਾਂ ਨੇ ਇਹ ਕੈਂਪੇਨ ਸ਼ੁਰੂ ਕਰ ਦਿੱਤੀ ਕਿ ਕੀਪ ਦੀ RCMP ਇਨ ਸਰੀ। ਦਰਅਸਲ ਤਾਂ ਉਹ ਡਗ ਮਕੱਲਮ ਜਿਹੜੇ ਮੇਅਰ ਨੇ ਉਹਨਾਂ ਦਾ ਵਿਰੋਧੀ ਗਰੁੱਪ ਹੈ। ਰਾਈਟ। ਓਕੇ। ਔਰ ਉਹਨਾਂ ਨੇ ਇਹ ਕੈਂਪੇਨ ਸ਼ੁਰੂ ਕਰ ਦਿੱਤੀ ਹੈ ਔਰ ਕਈ ਲੋਕ ਜੈਨੂਨਲੀ ਹੈਗੇ ਇਸ ਸਰੀ ਜਿਹੜੇ RCMP ਨੂੰ ਪਸੰਦ ਕਰਦੇ ਆ। ਉਹਨਾਂ ਦੇ ਵਿੱਚ ਇਹੋ ਜਿਹੇ ਵੀ ਨੇ ਜਿਨ੍ਹਾਂ ਦੇ ਧੀਆਂ ਪੁੱਤਰ ਇਸ 'ਚ ਕੰਮ ਕਰਦੇ ਆ। ਰਾਈਟ। ਸੋ ਇਸ ਕਿਸਮ ਦੇ ਲੋਕ ਨੇ ਜਿਹੜੇ ਉਹ ਲਗਾਤਾਰ ਪਟੀਸ਼ਨ ਇੱਕ ਦਸਤਖਤ ਕਰਾ ਰਹੇ ਨੇ। ਰਾਈਟ। ਤੇ ਉਹ ਨਹੀਂ ਚਾਹੁੰਦੇ ਕਿ RCMP ਤੋਂ ਜਾਵੇ, ਪਰ ਪ੍ਰਤੀਤ ਇਹ ਹੁੰਦਾ ਕਿ ਸੂਬਾ ਸਰਕਾਰ ਦੀ ਮਰਜ਼ੀ ਨਾਲ ਇਹ ਟ੍ਰਾਂਜੀਸ਼ਨ ਹੋ ਰਹੀ ਹੈ। ਉਹਨਾਂ ਤੋਂ ਪਰਮਿਸ਼ਨ ਲੈ ਕੇ ਹੀ ਮਿਊਨਿਸਪਲ ਗਵਰਨਮੈਂਟ ਜਿਹੜੀ ਆ ਪੁਲਿਸ ਤਬਦੀਲ ਕਰ ਸਕਦੀ। ਤੇ ਇਹ ਪਹਿਲੇ ਪ੍ਰੈਜ਼ੀਡੈਂਟ ਸੀਗੇ ਜਿਹੜੀ ਸਿੱਖ ਮੁਰਸਿੱਖ ਸਾਈਕਲ ਕਲੱਬ ਇੱਥੋਂ ਦੀ ਆ। ਸੋ ਇਹਨਾਂ ਦੀਆਂ ਐਕਟੀਵਿਟੀਜ਼ ਜਿਹੜੀਆਂ ਉਹ ਮਲਟੀਫੇਰੀਅਸ ਨੇ। ਥਿੰਦ ਸਾਹਿਬ, ਤੁਸੀਂ ਸਾਰੇ ਕੈਂਡੀਡੇਟਸ ਜਿਹੜੇ ਹੈਗੇ ਆ, ਕੈਂਡੀਡੇਟਸ ਨਹੀਂ ਕਹਿਣਾ ਚਾਹੀਦਾ, ਲੀਡਰਸ ਜਿਹੜੇ ਆ ਉਹਨਾਂ ਨੂੰ ਆਮ ਹੀ ਇੰਟਰਵਿਊ ਕਰਦੇ ਰਹਿੰਦੇ ਆ। ਰਾਈਟ। ਔਰ ਪਿਛਲੇ ਦਿਨਾਂ ਜਿਹੜੀ ਕੀਤੀ ਹੈ, ਤੁਸੀਂ ਐਜ਼ ਐਨ ਇੰਡੀਪੈਂਡੈਂਟ ਅਬਜ਼ਰਵਰ ਕੀ ਸਮਝਦੇ? ਬੜਾ ਟਫ ਕੁਐਸਚਨ ਹੈ, ਖਾਸ ਕਰਕੇ ਮੀਡੀਆ 'ਚ ਹੁਣ ਕਰਕੇ ਹੋਰ ਵੀ ਜ਼ਿਆਦਾ ਟਫ ਬਣ ਜਾਂਦਾ। ਤੁਸੀਂ ਕੀ ਸਮਝਦੇ ਕਿ ਇਸ ਵੇਲੇ ਕੈਨੇਡਾ ਨੂੰ ਕਿਹੜਾ ਲੀਡਰ ਐਜ਼ ਅ ਪ੍ਰਧਾਨ ਮੰਤਰੀ ਚਾਹੀਦਾ ਹੈ? ਇਹਨਾਂ ਦੇ ਵਿੱਚੋਂ, ਤਿੰਨਾਂ ਦੇ ਵਿੱਚੋਂ ਆਪਣੇ ਕੋਲ ਚੋਇਸ ਹੀ ਹੈਗੀ ਹੈ ਆਪਣੇ ਕੋਲ, ਕਿਉਂਕਿ ਗ੍ਰੀਨ ਪਾਰਟੀ ਦੇ ਲੀਡਰ ਉਹਨਾਂ ਦਾ ਤੇ ਆਪਣਾ ਹੀ ਖਲਾਰਾ ਇੰਨਾ ਪਿਆ ਕਿ ਉਹਨਾਂ ਨੂੰ ਕੋਈ ਸੀਟਸ ਨਹੀਂ ਮਿਲਦੀਆਂ। ਔਰ ਜਿਹੜੇ ਦੂਜੇ ਨੇ PPC ਦੇ, ਉਹਨਾਂ ਨੂੰ ਵੀ ਆਈ ਡੋਂਟ ਥਿੰਕ ਕਿ ਕੋਈ ਵੱਡੀਆਂ ਸੀਟਸ ਮਿਲ ਸਕਦੀਆਂ। ਹਾਲਾਂਕਿ ਉਹਨਾਂ ਦੀ ਵੋਟ ਪਰਸੈਂਟੇਜ ਵੋਟ ਜਿਹੜੀ ਪਿਛਲੇ ਦਿਨਾਂ 'ਚ ਵਧੀ ਹੈ, ਪਰ ਉਹ ਵੀ ਇੱਕ ਖਤਰਨਾਕ ਰੁਝਾਨ ਹੈ। ਸਾਨੂੰ ਐਕਚੁਅਲੀ ਉਹ ਵੀ ਗੱਲ ਕਰਨੀ ਚਾਹੀਦੀ ਹੈ, ਪਰ ਉਹ ਆਪਾਂ ਬਾਅਦ 'ਚ ਕਰਦੇ ਹਾਂ। ਤੁਸੀਂ ਕਿਹਨੂੰ ਸਮਝਦੇ ਹੋ ਕਿ ਕੈਨੇਡਾ ਦੇ ਲੋਕਾਂ ਲਈ ਇਸ ਵੇਲੇ ਬੈਟਰ ਕੌਣ ਹੋਏਗਾ? ਦੇਖੋ, ਜੇ ਆਪਾਂ ਪੋਲਸ ਦੀ, ਆਮ ਲੋਕਾਂ ਦੀ ਗੱਲ ਕਰਦੇ ਹਾਂ, ਕੀ ਗੱਲਾਂ ਕਰਦੇ ਨੇ ਲੋਕ ਜੀ। ਨਾਰਾਜ਼ਗੀ ਦੇ ਬਾਵਜੂਦ, ਅਨਟਾਈਮਲੀ ਇਲੈਕਸ਼ਨ ਡਿਕਲੇਅਰ ਕਰਨ ਦੇ ਬਾਵਜੂਦ ਜਸਟਿਨ ਟਰੂਡੋ ਨੂੰ ਹਾਲੇ ਵੀ ਲੋਕ ਪਸੰਦ ਕਰਦੇ ਆ। ਜੀ। ਉਹਦੇ ਕਈ ਕਾਰਨ ਆ, ਉਹਨਾਂ ਦੀ ਪਰਫਾਰਮੈਂਸ ਤੇ ਕਿੰਤੂ ਪਰੰਤੂ ਹੈਗਾ। ਹਾਂਜੀ। ਤੇ ਹੋਵੇਗਾ ਵੀ। ਉਹਨਾਂ ਦੀ ਯੂਥਫੁਲ ਹੋਣਾ, ਉਹਨਾਂ ਦਾ ਜਨਰਲ ਬਿਹੇਵੀਅਰ, ਬਹੁਤ ਜਲਦੀ ਕੋਈ ਆਪਣੀ ਗਲਤੀ ਤਸਲੀਮ ਕਰਕੇ ਮੁਆਫੀ ਮੰਗ ਲੈਣੀ। ਜੀ। ਟਰੂਡੋ ਨਾ ਵੀ ਸ਼ਾਇਦ ਇਸ ਮੁਲਕ ਦੇ ਵਿੱਚ ਪਪੂਲਰ ਹੈ ਜੀ, ਪਰ ਉਹਨਾਂ ਦੇ ਜ਼ਾਤੀ ਰਵੱਈਏ ਕਰਕੇ ਵੀ ਔਰ ਘੱਟ ਗਿਣਤੀਆਂ ਦੇ ਲੋਕਾਂ ਨਾਲ ਖਾਸ ਤੌਰ ਦੇ ਉੱਤੇ ਹਮਦਰਦੀ ਰੱਖਣੀ ਤੇ ਉਹਨਾਂ ਦੇ ਕਈ ਐਕਸ਼ਨਸ ਇਹੋ ਜਿਹੇ ਵੇਖੇ ਗਏ ਜੀ, ਜਿਹਦੇ ਕਰਕੇ ਜਸਟਿਨ ਟਰੂਡੋ ਨੇ ਥੋੜੀ ਬਹੁਤ ਗੁੱਡਵਿਲ ਹਾਸਲ ਕੀਤੀ ਹੋਈ ਹੈ। ਰਾਈਟ। ਪਰ ਕਿਉਂਕਿ ਇਨਕੰਬੈਂਟ ਨੇ, ਇਨਕੰਬੈਂਟ ਦੇ ਖਿਲਾਫ ਕਈ ਕਿਸਮ ਦੀਆਂ ਰੰਜਿਸ਼ਾਂ ਹੋ ਜਾਣੀਆਂ ਕੁਦਰਤੀ ਨੇ ਜੀ। ਸੋ ਇਸ ਕਰਕੇ ਲੋਕਾਂ ਦੀ ਨਾਰਾਜ਼ਗੀਆਂ ਬਹੁਤ ਨੇ। ਹਾਲੇ ਵੀ ਜਿਹੜੇ ਲੋਕ ਅਪਰੂਵ ਕਰਦੇ ਨੇ ਹੁਣ ਐਜ਼ ਪ੍ਰਾਈਮ ਮਿਨਿਸਟਰ, ਕਿਉਂਕਿ ਇੰਟਰਨੈਸ਼ਨਲੀ ਸਾਡਾ ਅਕਸ ਕੀ ਬਣਦਾ। ਰਾਈਟ। ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਉੱਥੇ ਜਾਂਦੇ ਨੇ, ਬਾਵਜੂਦ ਇਹਨਾਂ ਦੀਆਂ ਗਲਤੀਆਂ ਦੇ, ਸਕੈਂਡਲਸ ਦੇ ਤੇ ਹੋਰ ਦੇ, ਹਾਲੇ ਵੀ ਜਿਹੜੀ ਆ ਬਹੁਤ ਵੱਡੀ ਗਿਣਤੀ ਸਾਡੇ ਲੋਕਾਂ ਦੀ ਇੱਥੇ ਉਹ ਇਹ ਆ ਜਿਹੜੀ ਕਿ ਜਸਟਿਨ ਟਰੂਡੋ ਨੂੰ ਵੋਟ ਪਾਉਣ ਨੂੰ ਤਿਆਰ ਨੇ। ਰਾਈਟ। ਮੈਂ ਆਪ ਪਿਛਲੇ ਦਿਨਾਂ ਦੇ ਵਿੱਚ ਕਾਫੀ ਥਾਵਾਂ 'ਤੇ ਜਾ ਕੇ, ਗੁਰਦੁਆਰਾ ਸਾਹਿਬ 'ਚ ਜਾ ਕੇ, ਮੰਦਿਰ 'ਚ ਜਾ ਕੇ ਤੇ ਹੋਰ ਗਲੀਆਂ, ਸੜਕਾਂ, ਪਾਰਕਾਂ 'ਚ ਜਾ ਕੇ ਬਹੁਤ ਸਾਰੇ ਸੈਂਕੜੇ ਲੋਕਾਂ ਨੂੰ ਇੰਟਰਵਿਊ ਕੀਤਾ ਤੇ ਲੋਕ ਇਹ ਕਹਿੰਦੇ ਹੈ ਕਿ ਇਲੈਕਸ਼ਨ ਨਹੀਂ ਹੋਣੀ ਚਾਹੀਦੀ। ਕਿਸੇ ਨੇ ਇਹ ਨਹੀਂ ਕਿਹਾ ਕਿ ਇਲੈਕਸ਼ਨ ਹੋਣੀ ਚਾਹੀਦੀ ਹੈ। ਮੋਸਟਲੀ 90% ਲੋਕਾਂ ਨੇ ਇਹੀ ਕਿਹਾ। ਪਰ ਜਦੋਂ ਮੈਂ ਉਹਨਾਂ ਨੂੰ ਪੁੱਛਦਾ ਕਿ ਵੀ ਉਹ ਲੀਡਰ ਕਿਹਨੂੰ ਲਾਈਕ ਕਰਦੇ ਆ, ਤੇ ਉਹ ਤੁਹਾਡੀ ਗੱਲ 100% ਜਿਹੜੀ ਆ ਉਹ ਕਰੈਕਟ ਹੈਗੀ ਆ ਕਿ ਉਹ ਕਹਿੰਦੇ ਕਿ ਸਟਿਲ ਮਿਸਟਰ ਟਰੂਡੋ ਨੇ ਸਾਡੇ ਲਈ ਬਹੁਤ ਕੰਮ ਕੀਤਾ। ਸੋ ਆਪਾਂ ਗੱਲ ਨੂੰ ਅੱਗੇ ਲੈ ਕੇ ਚੱਲਦੇ ਹੈਗੇ ਆ। ਸ਼ੁਰੂ ਦੇ ਵਿੱਚ ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਆ, ਐਰਨੋ ਟੂਲ ਨੂੰ ਥੋੜੀ ਜਿਹੀ ਸਮੱਸਿਆ ਸੀ ਕਿ ਉਹਨਾਂ ਦੀ ਨੇਮ ਰੈਕੋਗਨਾਈਜੇਸ਼ਨ ਘੱਟ ਸੀ ਜੀ, ਪਰ ਉਹਨਾਂ ਨੇ ਕੁਝ ਇਹੋ ਜਿਹੇ ਸਟੈਪ ਚੱਕੇ ਜਾਂ ਕੁਝ ਇਹੋ ਜਿਹੀਆਂ ਤਬਦੀਲੀਆਂ ਕਰ ਦਿੱਤੀਆਂ ਜਿਹੜੀ ਇੱਕ ਕੰਜ਼ਰਵੇਟਿਵ ਵੋਟਰ ਨੂੰ ਛੂਹਣ ਵਾਲੀਆਂ ਗੱਲਾਂ ਨੇ, ਜੋ ਕੁਝ ਉਹ ਸੁਣਨਾ ਚਾਹੁੰਦੇ ਨੇ, ਜਿਸ ਨੂੰ ਉਹ ਵੋਟ ਪਾਉਂਦੇ ਨੇ। ਇਹ ਵੋਟਰ ਬਹੁਤ ਕਮਿਟਡ ਵੋਟਰ ਆ, ਜਿਹੜਾ ਟੋਰੀ ਵੋਟਰ ਜੀ। ਟੋਰੀਆਂ ਦੇ ਵਿੱਚ ਵੀ ਹੁਣ ਇੱਕ ਬਲੂ ਟੋਰੀ ਨੇ, ਇੱਕ ਰੈੱਡ ਟੋਰੀ ਨੇ। ਹੁਣ ਜਿਹੜੀ ਇਹਨਾਂ ਦੀ ਸਖਤ ਧਾਰਨਾ ਤੇ ਫੰਡਾਮੈਂਟਲ ਸੀ ਜੀ, ਐਰਨੋ ਟੂਲ ਨੇ ਉਹ ਭੰਨ ਦਿੱਤੇ ਆ ਕਈ। ਦੈਟਸ ਰਾਈਟ। ਔਰ ਐਰਨੋ ਟੂਲ
ਕੰਜ਼ਰਵੇਟਿਵ ਲੀਡਰ ਹੋਣ ਦੇ ਨਾਤੇ ਇੱਕ ਲਿਬਰਲ ਦੀ ਤਰ੍ਹਾਂ ਇਲੈਕਸ਼ਨ ਲੜ ਰਿਹਾ। ਐਗਰੀ। ਔਰ ਉਹਨਾਂ ਨੇ ਕਈ ਲਿਬਰਲਸ ਦੀਆਂ ਪਾਲਿਸੀਜ਼ ਚੋਰੀ ਕਰ ਲਈਆਂ ਨੇ, ਜਿਹਨੂੰ ਕਹਿ ਰਹੇ ਕਿ ਓਵਰਲੈਪ ਕਰ ਗਈਆਂ। ਰਾਈਟ। ਖਾਸ ਤੌਰ ਤੇ ਜਿਹੜੀ ਸਵੈ ਚਾਲਕ ਬੰਦੂਕਾਂ ਨੇ, ਜਿਹੜੀਆਂ ਗਨਸ ਨੇ, ਉਹਨਾਂ ਦੇ ਮਾਮਲੇ ਦੇ ਵਿੱਚ ਜਾਂ ਇੱਕ ਦੋ ਹੋਰ ਵੀ ਗੱਲਾਂ ਉਹਨਾਂ ਨੇ ਇਹੋ ਜਿਹੀਆਂ ਕੀਤੀਆਂ ਨੇ ਜਿਹੜੀਆਂ ਕਿ ਇੱਕ ਸਧਾਰਨ ਜਿਹੜਾ ਮੋਡਰੇਟ ਵਿਚਾਰਾਂ ਦਾ ਵਿਅਕਤੀ ਵੋਟਰ ਆ ਉਹਨੂੰ ਭਾਉਂਦੀਆਂ ਨੇ। ਜਿਹੜਾ ਪਹਿਲਾਂ ਪ੍ਰੈਸਟਿੰਗ ਮੈਨਿੰਗ ਉਹਨਾਂ ਤੋਂ ਚੱਲਿਆ ਆ ਰਿਹਾ, ਸਟੀਫਨ ਹਾਰਪਰ ਉਹਨਾਂ ਤੱਕ ਇੱਕ ਜਿਹੜਾ ਸਖਤ ਸੁਭਾਅ ਦਾ ਕੰਜ਼ਰਵੇਟਿਵ ਲੀਡਰ ਸੀ ਜੀ, ਉਹ ਨਹੀਂ ਰਹੇ। ਬਿਲਕੁਲ। ਇਹਨਾਂ ਨੇ ਥੋੜੀ ਜਿਹੀ ਫਲੈਕਸੀਬਿਲਿਟੀ ਲੈ ਆਂਦੀ ਜਿਹੜੀ ਲੋਕਾਂ ਨੂੰ ਚੰਗੀ ਲੱਗੀ। ਨਤੀਜੇ ਦੇ ਤੌਰ ਤੇ ਇਹਨਾਂ ਦੀ ਗੁੱਡੀ ਚੜ੍ਹਨ ਲੱਗੀ ਤੇ ਪੋਲਸ ਦੇ ਵਿੱਚ ਉੱਪਰ ਚਲੇ ਗਏ ਸਨ। ਬਿਲਕੁਲ ਬਿਲਕੁਲ ਚਲੇ ਗਏ। ਹੁਣ ਵੀ ਨੈਕ ਟੂ ਨੈਕ ਆ, ਔਰ ਮੈਨੂੰ ਹੈਰਾਨੀ ਨਹੀਂ ਹੋਣੀ ਜੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚੋਂ ਕੰਜ਼ਰਵੇਟਿਵ ਪਾਰਟੀ ਪਹਿਲਾਂ ਨਾਲੋਂ ਵੱਧ ਸੀਟਾਂ ਲੈ ਜਾਏ। ਇੱਕ ਹੋਰ ਕੁਐਸਚਨ ਇਸ ਵੇਲੇ ਜਿਹੜਾ ਅੱਜ ਦੀਆਂ ਜੇ ਆਪਾਂ ਦੇਖੀਏ ਵੱਡੀਆਂ ਬਿਆਨ ਆਏ ਨੇ ਟਰੂਡੋ ਸਾਹਿਬ ਦੇ ਵੀ ਤੇ ਐਰਨ ਓਟੂਲ ਦੇ ਉੱਤੇ ਵੀ ਔਰ ਆਪਣੇ ਜਿਹੜੇ ਜਗਮੀਤ ਸਿੰਘ ਵੀ। ਇੱਕ ਸਭ ਤੋਂ ਵੱਡਾ ਬਿਆਨ ਅੱਜ ਟਰੂਡੋ ਸਾਹਿਬ ਨੇ ਇਹ ਦਿੱਤਾ ਕਿ ਵੀ ਜੇ ਅਸੀਂ ਕੰਜ਼ਰਵੇਟਿਵਸ ਨੂੰ ਸਰਕਾਰ ਬਣਾਉਣ ਦਾ ਮੌਕਾ ਦਿੰਦੇ ਹਾਂ ਤੇ ਹਾਲਤ ਜਿਹੜੀ ਹੈਗੀ ਹੈ ਪੈਂਡੈਮਿਕ ਦੀ ਉਹ ਇਹ ਹੋ ਜਾਏਗੀ ਜਿਵੇਂ ਕਿ ਉੱਥੇ ਐਲਬਰਟਾ 'ਚ ਹੋਇਆ। ਔਰ ਐਲਬਰਟਾ ਦੇ ਵਿੱਚ ਕੱਲ ਹਜ਼ਾਰਾਂ ਤੋਂ ਵੱਧ ਲੋਕ ਜਿਹੜੇ ਇਨਫੈਕਟ ਹੋਏ ਆ। ਕੱਲ 24 ਡੈਥਸ ਹੋਈਆਂ। ਐਮਰਜੈਂਸੀ ਜਿਹੜੀ ਆ ਪਬਲਿਕ ਹੈਲਥ ਐਮਰਜੈਂਸੀ ਡਿਕਲੇਅਰ ਹੋਈ ਹੈ। ਔਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਵੀ ਅਗਰ ਜਿਹੜਾ ਲੀਡਰਸ਼ਿਪ ਕੰਜ਼ਰਵੇਟਿਵ ਦੇ ਹੱਥ 'ਚ ਆਉਂਦੀ ਹੈ ਤਾਂ ਉਹ ਆਟੋਮੈਟਿਕਲੀ ਇਹੋ ਜਿਹਾ ਹਾਲ ਸਾਰੇ ਦੇਸ਼ ਦਾ ਹੋਏਗਾ। ਕੀ ਸਮਝਦੇ ਹੋ ਤੁਸੀਂ? ਦੇਖੋ, ਲੀਡਰਸ਼ਿਪ ਤਾਂ ਉਹੀ ਹੈ ਨਾ ਜਿਹੜੀ ਲੀਡਰਸ਼ਿਪ ਚੱਲ ਗਈ, ਉਹਨਾਂ ਨੇ ਵਿਜ਼ਨਰੀ ਆਪਣੇ ਕਿਸੇ ਵਿਜ਼ਨ ਦੇ ਨਾਲ ਪਹਿਲਾਂ ਹੀ ਅਗਾਊਂ ਗੱਲ ਭਾਂਪ ਲਈ ਤੇ ਫਿਰ ਉਸ ਨੂੰ ਉਸ ਤਰੀਕੇ ਨਾਲ ਲੀਡ ਕੀਤਾ। ਅਲਬਰਟਾ ਦੇ ਵਿੱਚ ਜੇਸਨ ਕੈਨੀ ਇਸ ਮਾਮਲੇ 'ਚ ਬੁਰੀ ਤਰ੍ਹਾਂ ਫੇਲ ਹੋਏ ਨੇ ਔਰ ਉਹਨਾਂ ਨੇ 1 ਜੁਲਾਈ ਨੂੰ ਹੀ ਸਭ ਕੁਝ ਖੋਲ੍ਹ ਦਿੱਤਾ ਜਦ ਸਾਰੇ ਲੋਕ ਤਰਾਹ ਕਰਦੇ ਸੀ। ਰਾਈਟ। ਹੁਣ ਉਹਨਾਂ ਨੇ ਗਲਤੀ ਮੰਨੀ ਹੈ, ਕੱਲ ਅਸਾਂ ਤੋਂ ਗਲਤੀ ਹੋ ਗਈ, ਅੱਜ ਮਾਫੀ ਵੀ ਮੰਗੀ ਉਹਨਾਂ ਨੇ। ਬਟ ਜਸਟਿਨ ਟਰੂਡੋ ਹੋਰਾਂ ਨੇ ਜਿਹੜਾ ਪੈਂਡੈਮਿਕ ਨੂੰ, ਇਹ ਕੋਵਿਡ-19 ਨੂੰ ਹੈਂਡਲ ਕਰਨ ਲਈ ਜਿਹੜੀਆਂ ਸਟ੍ਰੈਟੇਜੀਜ਼ ਵਰਤੀਆਂ ਔਰ ਉਹ ਬੜੀਆਂ ਕਾਬਲੇ ਤਾਰੀਫ ਸੀ। ਜਿਸ ਤਰੀਕੇ ਨਾਲ ਲੋਕਾਂ ਨੂੰ ਉਸ ਵੇਲੇ ਜਿਹੜੀ ਜ਼ਰੂਰਤ ਸੀ ਉਹ ਪੂਰੀ ਹੁੰਦੀ ਰਹੀ ਔਰ ਕਾਫੀ ਫਾਈਨੈਂਸ਼ੀਅਲ ਮਦਦ ਦਿੱਤੀ ਗਈ। ਪਰ ਕੈਨੇਡੀਅਨ ਵੋਟਰਸ ਦੇ ਵਾਰੇ ਜਾਵਾਂ, ਹੁਣ ਜਦੋਂ ਉਹਨਾਂ ਨੇ ਅਨਟਾਈਮਲੀ ਇਲੈਕਸ਼ਨ ਡਿਕਲੇਅਰ ਕਰ ਦਿੱਤੀ, ਲੋਕ ਯਕਦਮ ਇਸ ਤਰ੍ਹਾਂ ਪ੍ਰਤੀਤ ਹੋਣ ਲੱਗਿਆ ਕਿ ਦਿੱਤੇ ਹੋਏ ਪੈਸਿਆਂ ਬਾਰੇ ਭੁੱਲ ਗਏ ਨੇ। ਦਿੱਤੀ ਹੋਈ ਮਦਦ ਜਿਹੜੀ ਸੀ ਸਮੇਂ ਸਿਰ ਪਹੁੰਚੀ, ਉਸ ਦੀ ਪ੍ਰਸ਼ੰਸਾ ਕਰਦੇ ਸਨ, ਉਹ ਭੁੱਲ ਗਏ ਸਨ। ਔਰ ਪਹਿਲੇ 8-10 ਦਿਨ ਲਗਾਤਾਰ ਜਿਹੜਾ ਕਚੀਰਾ ਹੋਇਆ ਉਹ ਇਹੀ ਸੀ ਕਿ ਇਸ ਨੇ ਗਲਤੀ ਕੀਤੀ ਪ੍ਰਧਾਨ ਮੰਤਰੀ ਨੇ। ਸੋ ਉਹ ਗੱਲ ਜਿਹੜੀ ਸੀ ਕਿ ਪੈਸੇ ਸਿੱਟ ਕੇ ਵੋਟਾਂ ਖਰੀਦ ਲਈਆਂ ਜੀ ਵਾਲੀ ਗੱਲ ਮੈਨੂੰ ਲੱਗਦਾ ਕਿ ਚੱਲੀ ਨਹੀਂ। ਸ਼ਾਇਦ ਲਿਬਰਲ ਪਾਰਟੀ ਦੇ ਵੀ ਕੁਝ ਜਿਹੜੇ ਕਾਰਕੁਨ ਨੇ ਉਹਨਾਂ ਨੂੰ ਭੁਲੇਖਾ ਹੋਵੇ ਕਿ ਯੈਸ ਅਸੀਂ ਪੈਸੇ ਦਿੱਤੇ ਹੋਏ ਨੇ, ਹੁਣ ਲੋਕ ਵੋਟਾਂ ਪਾਈ ਦੇਣਗੇ। ਇਸ ਤਰ੍ਹਾਂ ਨਹੀਂ ਹੈ। ਮੈਨੂੰ ਤਾਂ ਹਾਲੇ ਵੀ ਇਸ ਤਰ੍ਹਾਂ ਲੱਗਦਾ ਕਿ ਬੇਸ਼ੱਕ 4 ਦਿਨ ਰਹਿ ਗਏ ਵੋਟਾਂ ਦੇ ਵਿੱਚ ਕਿ ਹੋ ਸਕਦਾ ਕਿ ਉਹ ਪਹਿਲੇ ਜਿੰਨੀਆਂ ਸੀਟਾਂ ਜਾਂ ਈਵਨ ਉਸ ਤੋਂ ਵੀ ਘੱਟ ਲੈ ਕੇ ਮੈਜੋਰਿਟੀ ਸਰਕਾਰ ਬਣਾਉਣ। ਸੰਭਾਵਨਾ ਇੱਕ ਹੋਰ, ਕਿਉਂਕਿ ਬ੍ਰਿਟਿਸ਼ ਕੋਲੰਬੀਆ ਦੇ ਲੋਕ ਜਿਹੜੇ ਆ ਉਹਨਾਂ ਲਈ ਇਹ ਇੱਕ ਵੱਡਾ ਮੁੱਦਾ ਹੈਗਾ ਕਿ ਮੈਂ ਵੀ ਮਹਿਸੂਸ ਕੀਤਾ ਪਿਛਲੇ ਆਪਣੇ ਕੁਝ ਹਫ਼ਤਿਆਂ ਤੋਂ ਕਿ ਇੰਨੀਆਂ ਅੱਗਾਂ, ਇੰਨਾ ਗਰਮੀ, ਵਾਤਾਵਰਨ ਜਿਹੜਾ ਹੈਗਾ ਉਹ ਖਰਾਬ ਹੋ ਰਿਹਾ। ਇਹਦੇ ਉੱਤੇ ਤੁਸੀਂ ਕੀ ਸਮਝਦੇ ਹੋ ਕਿ ਕਿਹੜੀ ਪਾਰਟੀ ਉਹਦਾ ਸਟੈਂਡ ਤੁਹਾਨੂੰ ਰੀਜ਼ਨੇਬਲ ਲੱਗਦਾ? ਜੇ ਤੁਸੀਂ ਐਨਾਲਾਈਜ਼ ਕਰੋ ਕਿ ਕੀ ਆਪਣੀ ਜਿਹੜੀ ਲਿਬਰਲ ਗਵਰਨਮੈਂਟ ਹੈ ਇਹਨਾਂ ਕੁਛ ਕੀਤਾ ਪਿਛਲੇ ਇਹਨਾਂ 6 ਸਾਲਾਂ ਦੇ ਵਿੱਚ ਇਹਨੂੰ ਬਚਾਉਣ ਦੇ ਲਈ ਕਲਾਈਮੇਟ ਨੂੰ? ਕਲਾਈਮੇਟ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਉਹ ਗੱਲ ਮੁਕੰਮਲ ਕਰ ਲਿਆ ਕਿ ਤੀਸਰੇ ਲੀਡਰ ਸਾਡੇ ਕੋਲ ਸਰਦਾਰ ਜਗਮੀਤ ਸਿੰਘ ਜੀ। ਸਰਦਾਰ ਜਗਮੀਤ ਸਿੰਘ ਹੋਰਾਂ ਦੀ ਪਰਸਨਲ ਪੋਪੂਲੈਰਿਟੀ ਯੂਥ ਦੇ ਵਿੱਚ ਇਸ ਕਰਕੇ ਵੀ ਵੱਧ ਗਈ ਧਵਨ ਸਾਹਿਬ, ਕਿਉਂਕਿ ਉਹਨਾਂ ਨੇ ਦੁੱਖ ਦੇ ਥਾਵੇਂ ਹੱਥ ਲਾ ਦਿੱਤਾ। ਹਾਂਜੀ, ਸਾਡੇ ਜਿਹੜੀ ਸੁਸਾਇਟੀ ਦੇ ਵਿੱਚ ਲੋਅਰ ਮਿਡਲ ਕਲਾਸ ਤੇ ਮਿਡਲ ਕਲਾਸ ਦੇ ਲੋਕਾਂ ਨੂੰ ਉਹਨਾਂ ਨੇ ਟੁੰਬ ਦਿੱਤਾ ਔਰ ਉਹਨਾਂ ਨੇ ਇਹ ਗੱਲ ਲੋਕਾਂ ਦੇ ਸਾਹਮਣੇ ਸਪਸ਼ਟ ਕਰ ਦਿੱਤੀ ਕਿ ਕੈਨੇਡਾ ਦੇ ਜਿਹੜੇ ਸੁਪਰ ਰਿਚ ਨੇ, ਜਿਹੜੇ ਧਨਾੜ ਲੋਕ ਨੇ, ਉਹ ਤਾਂ ਟੈਕਸ ਚੋਰੀ ਕਰ ਰਹੇ ਨੇ। ਉਹ ਤਾਂ ਆਪਣੀਆਂ ਕੰਪਨੀਆਂ ਪੈਨਵਾ ਵਰਗੇ ਮੁਲਕਾਂ ਦੇ ਵਿੱਚ ਰਜਿਸਟਰ ਕਰਾ ਕੇ ਬਿਜ਼ਨਸ ਕੈਨੇਡਾ 'ਚ ਕਰ ਰਹੇ ਨੇ, ਪੈਸੇ ਇੱਥੋਂ ਲੈ ਰਹੇ ਨੇ। ਉਹਨਾਂ ਨੂੰ ਤਾਂ ਖੁੱਲ੍ਹ ਡੁੱਲਾ ਇਹ ਸਿਸਟਮ ਤਾਂ ਇਹਨਾਂ ਨੇ ਜੋ ਬਣਾ ਰੱਖਿਆ ਬਿਜ਼ਨਸ ਦੇ ਹੱਕ 'ਚ ਇੰਡੀਵਿਜੂਅਲ ਦੇ ਖਿਲਾਫ ਹੈ।
ਸੋ ਇਸ ਕਰਕੇ ਉਹਨਾਂ ਨੇ ਜਿਹੜੀਆਂ ਗੱਲਾਂ ਸਾਹਮਣੇ ਲੈ ਕੇ ਆਉਂਦੀਆਂ ਲੋਕਾਂ ਦੇ ਦਿਲ 'ਚ ਖੁੱਭ ਗਈਆਂ। ਜੀ। ਜਗਮੀਤ ਸਿੰਘ ਇੱਕਦਮ ਪਪੂਲਰ ਹੋ ਗਏ ਨੇ। ਜਗਮੀਤ ਸਿੰਘ ਦੀ ਸ਼ੁਰੂ ਦੇ ਵਿੱਚ ਐਨਡੀਪੀ ਦੇ ਵਿੱਚ ਇਹਨਾਂ ਦੀ ਆਪਣੀ ਪਾਰਟੀ ਦੇ ਵਿੱਚ ਹੀ ਵਿਰੋਧਤਾ ਸੀ, ਕੁਛ ਇਹਨਾਂ ਦੇ ਵਿਰੋਧੀ ਇਨਸਾਈਡਰ ਚਾਕੂ ਤੇ ਖੇਕਰੀ ਬੈਠੇ ਸੀ। ਰਾਈਟ। ਪਰ ਉਹ ਸਭ ਦੇ ਮੂੰਹ ਬੰਦ ਹੋ ਗਏ ਜਦੋਂ ਜਗਮੀਤ ਸਿੰਘ ਹਰਮਨ ਪਿਆਰਾ ਹੋ ਗਿਆ। ਜੀ। ਜਿਹੜੀਆਂ ਉਹਨਾਂ ਨੇ ਗੱਲਾਂ ਕੀਤੀਆਂ ਲੋਕਾਂ ਨੂੰ ਉਹ ਚੰਗੇ ਲੱਗੇ, ਔਰ ਉਹ ਪੜ੍ਹੇ ਲਿਖੇ ਨੇ ਔਰ ਵੈਲ ਡਰੈਸਡ ਨੇ। ਇਸ ਤੋਂ ਬਿਨਾਂ ਉਹਨਾਂ ਨੇ ਜੋ ਪਤੇ ਦੀ ਗੱਲ ਕੀਤੀ ਉਹ ਲੋਕਾਂ ਨੂੰ ਚੰਗੀ ਲੱਗੀ, ਨਤੀਜੇ ਦੇ ਤੌਰ ਤੇ ਉਹਨਾਂ ਦੀ ਗੁੱਡੀ ਚੜ੍ਹ ਗਈ। ਹੁਣ ਇਹ ਤਾਂ ਹੋ ਸਕਦਾ, ਮੈਂ ਉਹਨਾਂ ਨੂੰ ਪੁੱਛਿਆ ਵੀ ਸੀ ਕਿ ਤੁਸੀਂ ਕਿਹਦੇ ਨਾਲ ਰਲ ਕੇ ਸਰਕਾਰ ਬਣਾਓਗੇ। ਹਾਂਜੀ। ਕਿ ਤੁਸੀਂ ਟੋਰੀ ਨਾਲ ਤੁਪ ਕਰੋਗੇ ਜਾਂ ਕਿ ਤੁਸੀਂ ਲਿਬਰਲਸ ਦੇ ਨਾਲ ਗੱਠਜੋੜ ਕਰ ਸਕਦੇ ਹੋ। ਸੇਮ ਸਵਾਲ ਮੈਂ ਐਲਨ ਟੂਲ ਨੂੰ ਪੁੱਛਿਆ ਸੀਗਾ ਕਿ ਵੀ ਤੁਸੀਂ ਬਲਾਕ ਕਿਊਬਿਕਵਾ ਨਾਲ ਗੱਠਜੋੜ ਕਰੋਗੇ ਕਿ ਐਨਡੀਪੀ ਨਾਲ ਕਰੋਗੇ। ਸੋ ਇਟਸ ਅ ਰੀਲੀ ਵੈਰੀ ਇੰਟਰਸਟਿੰਗ ਸਟੇਜ ਆਫ ਪੋਲੀਟੀਕਲ ਸਿਚੁਏਸ਼ਨ। ਸੋ ਉਹਨਾਂ ਨੇ ਕਿਹਾ ਕਿ ਮੈਂ ਤਾਂ ਖੁਦ ਪ੍ਰਧਾਨ ਮੰਤਰੀ ਬਣਨਾ ਚਾਹੁੰਦਾ। ਲੱਗਦਾ ਮੈਨੂੰ ਇਸ ਤਰ੍ਹਾਂ ਹੀ ਆ ਵੀ ਉਹਨਾਂ ਦੀਆਂ ਜਿਹੜੀਆਂ ਪਾਲਿਸੀਜ਼ ਨੇ ਉਹ ਜ਼ਿਆਦਾ ਲਿਬਰਲ ਪਾਲਿਸੀਜ਼ ਨਾਲ ਮੇਲ ਖਾਂਦੀਆਂ ਨੇ। ਜੀ। ਓਵਰਲੈਪਿੰਗ ਇਹਨਾਂ ਦੀ ਬਹੁਤ ਆ। ਸੋ ਦੇਖੋ ਕੀ ਬਣਦਾ। ਹਾਲੇ ਜਗਮੀਤ ਸਿੰਘ ਕਿੰਗ ਮੇਕਰ ਬਣ ਸਕਦੇ ਨੇ, ਪਰ ਕੀ ਉਹਨਾਂ ਦੀ ਜਿਹੜੇ ਇਸ ਫਲਸਫੇ ਨਾਲ ਲਿਬਰਲ ਕਦੇ ਸਹਿਮਤ ਹੋ ਸਕਦੇ ਨੇ? ਪ੍ਰਤੀਤ ਨਹੀਂ ਹੁੰਦਾ। ਮੈਂ ਵੀ ਕਾਫੀ ਲੋਕਾਂ ਨਾਲ ਇੱਥੇ ਗੱਲ ਕੀਤੀ ਹੈ, ਬੱਚਿਆਂ ਨਾਲ ਵੀ ਗੱਲ ਕੀਤੀ ਹੈ, ਤੇ ਉਹ ਸਾਰੇ ਜਗਮੀਤ ਸਿੰਘ ਨੂੰ ਲਾਈਕ ਕਰਦੇ ਆ। ਲੇਕਿਨ ਫਿਰ ਵੀ ਬਹੁਤ ਸਾਰੇ ਲੋਕ ਕਹਿੰਦੇ ਆ, ਲਾਈਕ ਈਵਨ ਬਜ਼ੁਰਗਾਂ ਨਾਲ ਵੀ ਗੱਲ ਕੀਤੀ, ਗੁਰਦੁਆਰਾ ਸਾਹਿਬ 'ਚ ਵੀ ਗੱਲ ਕੀਤੀ, ਮੰਦਿਰ 'ਚ ਵੀ ਗੱਲ ਕੀਤੀ ਹੈ ਕਈਆਂ। ਉਹ ਕਹਿੰਦੇ ਕਿ ਗੱਲ ਇਹ ਹੈਗੀ ਹੈ ਕਿ ਹੀ ਇਜ਼ ਅ ਗੁੱਡ ਗਾਏ, ਪਰ ਇਹ ਸਰਕਾਰ ਨਹੀਂ ਬਣਾ ਸਕਣਾ। ਸੋ ਇਹ ਇੱਕ ਕਿ ਉਹ ਐਨਡੀਪੀ ਦੀ ਸਰਕਾਰ ਬਣਨੀ ਨਹੀਂ ਹੈ। ਇਸ ਕਰਕੇ ਵੀ ਉਹਨਾਂ ਦੀ ਜਿਹੜੀ ਪਰਸਨਲ ਪਪੂਲੈਰਿਟੀ ਹੈ ਉਹ ਹੋ ਸਕਦਾ 100% ਵੋਟਾਂ 'ਚ ਤਬਦੀਲ ਨਾ ਹੋਵੇ, ਜਾਂ ਕਈ ਲੋਕ ਸਟ੍ਰੈਟਜੀਕਲੀ ਜਿਹੜੇ ਆ ਭਾਵੇਂ ਉਹਨੂੰ ਲਾਈਕ ਵੀ ਕਰਦੇ ਆ ਪਰ ਉਹਨੂੰ ਵੋਟ ਨਾ ਪਾਉਣ। ਇਹ ਵੀ ਇੱਕ ਖਦਸ਼ਾ ਜਾਂ ਸੰਭਾਵਨਾ ਹੈਗੀ ਆ। ਤੁਮ ਸਾਹਿਬ, ਜਿਹੜੇ ਜਗਮੀਤ ਸਿੰਘ ਹੋਰਾਂ ਦੀ ਹੁਣ ਮੌਜੂਦਾ ਸਿਚੁਏਸ਼ਨ ਆ, ਇਸ ਦੇ ਵਿੱਚ ਉਹਨਾਂ ਦੀ ਪਰਸਨਲ ਪਪੂਲੈਰਿਟੀ ਬਹੁਤ ਆ ਜੀ। ਪਰ ਹਾਲੇ ਮੈਨੂੰ ਲੱਗਦਾ ਕਿ ਸ਼ਾਇਦ ਉਹ ਸਾਰੀ ਪਪੂਲੈਰਿਟੀ ਨੂੰ ਵੋਟ ਆਪਣੇ ਸੀਟਾਂ 'ਚ ਟਰਾਂਸਲੇਟ ਨਾ ਕਰ ਸਕਣ। ਇਹ ਗੱਲ ਤੇ ਬੜੀ ਪੱਕੀ ਆ। ਪਰ ਆਹ ਜਿਹੜਾ ਉਹਨਾਂ ਨੇ ਐਤਕੀ ਸਟੈਂਡ ਲਿਆ ਕਿ ਧਨਾੜ ਵਿਅਕਤੀਆਂ ਤੇ ਜ਼ਿਆਦਾ ਟੈਕਸਸ ਲਾਓ, ਫੇਅਰ ਸ਼ੇਅਰ ਆ ਜਿਹੜੀ ਧਨ ਦੀ ਕਾਣੀ ਵੰਡ ਹੋ ਰਹੀ ਆ ਇਹ ਬੰਦ ਕਰੋ, ਇਹ ਬਹੁਤ ਲੋਕਾਂ ਨੂੰ, ਆਮ ਲੋਕਾਂ ਨੂੰ ਜਿਹੜੇ ਨੌਨ ਸਿੱਖ ਨੇ, ਅਸੀਂ ਚਲੋ ਸਿੱਖਾਂ ਦੀ ਭਾਰਤੀਆਂ ਦੀ ਗੱਲ ਛੱਡੋ, ਜਿਹੜੇ ਮੇਨ ਸਟ੍ਰੀਮ ਸੋਸਾਇਟੀ ਦੇ ਲੋਕ ਨੇ, ਉਹਨਾਂ ਨੇ ਵੀ ਜਗਮੀਤ ਸਿੰਘ ਦੀ ਇਹਨਾਂ ਗੱਲਾਂ ਦੀ ਬਹੁਤ ਪ੍ਰਸ਼ੰਸਾ ਕੀਤੀ ਹੈ। ਕਿਉਂਕਿ ਇੱਥੇ ਮਿਡਲ ਕਲਾਸ ਬਹੁਤ ਵੱਡੀ ਹੈ, ਲੋਅਰ ਮਿਡਲ ਕਲਾਸ ਦੇ ਲੋਕ ਆ ਜਿਹੜੇ ਉਹ ਕਾਫੀ ਤੰਗ ਨੇ। ਸੋ ਇਹ ਸਨ ਵਿਚਾਰ ਹਰਜਿੰਦਰ ਸਿੰਘ ਜੀ ਦੇ। ਮਸਲੇ ਹਲੇ ਸਾਡੇ ਕਈ ਰਹਿ ਗਏ। ਆਪਾਂ ਕਲਾਈਮੇਟ ਦੀ ਗੱਲ ਵੀ ਕਰਨੀ ਸੀ, ਹੋਰ ਵੀ ਆਪਾਂ ਮੁੱਦੇ ਡਿਸਕਸ ਕਰਨੇ ਸੀ, ਪਰ ਸਮਾਂ ਜਿਹੜਾ ਹੈਗਾ ਪ੍ਰੋਗਰਾਮ ਦਾ ਹੁਣ ਸਾਨੂੰ ਇਜਾਜ਼ਤ ਨਹੀਂ ਦਿੰਦਾ। ਸੋ ਇਸ ਕਰਕੇ ਇਸ ਪ੍ਰੋਗਰਾਮ ਨੂੰ ਇੱਥੇ ਹੀ ਪੂਰਾ ਕਰਨ ਦੀ ਸੰਜੀਵ ਤਵਨ ਨੂੰ ਦਿਓ ਇਜਾਜ਼ਤ। ਇਸ ਤੋਂ ਪਹਿਲਾਂ ਕਿ ਮੈਂ ਇਜਾਜ਼ਤ ਲਵਾਂ, ਥਿੰਦ ਸਾਹਿਬ ਤੁਸੀਂ ਟਾਈਮ ਦਿੱਤਾ, ਆਪਣੇ ਬੜੇ ਖਲੂਸ ਦੇ ਨਾਲ ਤੇ ਬੜੇ ਬੇਬਾਕ ਤਰੀਕੇ ਦੇ ਨਾਲ ਗੱਲਬਾਤ ਕੀਤੀ। ਆਪ ਜੀ ਦਾ ਬਹੁਤ ਬਹੁਤ ਪ੍ਰਵਾਸੀ ਟੈਲੀਵਿਜ਼ਨ ਤੇ ਮੇਰੇ ਵੱਲੋਂ ਧੰਨਵਾਦ। ਮਿਹਰਬਾਨੀ ਜੀ, ਸ਼ੁਕਰੀਆ ਤੁਹਾਡਾ। ਸੋ ਇਸ ਦੇ ਨਾਲ ਹੀ ਅੱਜ ਦਾ ਇਹ ਵਿਸ਼ੇਸ਼ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਨ ਦੀ ਇਜਾਜ਼ਤ ਦਿਓ। ਸਤਿ ਸ਼੍ਰੀ ਅਕਾਲ, ਨਮਸਕਾਰ, ਹੈਵ ਅ ਗੁੱਡ ਡੇ।